20,000 ਦਾ ਸਮਾਨ ਦਿੰਦਾ ਤੇ ਬਾਕੀ ਪੈਸੇ ਜੇਬ 'ਚ। ਕਮੇਟੀਆਂ ਹੁਣ ਜਿਹੜਾ ਜ਼ੋਰ ਜ਼ਬਰਦਸਤੀ ਗ੍ਰੰਥੀ ਸਿੰਘ ਤੇ ਨਹੀਂ ਕਰੂਗੀਆਂ। ਤੇ ਇਹਨਾਂ ਮੈਨੂੰ ਵਿੱਚ ਬਿਠਾ ਕੇ ਉਹਨਾਂ ਨੇ ਘੇਰਾ ਪਾ ਕੇ ਹਿਸਾਬ ਦੀ ਬਦਮਾਸ਼ੀ ਕੀਤੀ ਗਈ ਮੇਰੇ ਨਾਲ। ਬੋਲੇ ਸੋਨਿਹਾਲ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਜਾਣਦੇ ਹੋ ਕਿ ਕੇਸਰੀ ਵਿਰਾਸਤ ਦੇ ਵਿੱਚ ਅਸੀਂ ਜਿੱਥੇ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਵਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ, ਸਫ਼ਰੇ ਵਿਰਾਸਤ ਤਹਿਤ ਅਸੀਂ ਵੱਖ-ਵੱਖ ਗੁਰਧਾਮਾਂ ਵਿੱਚ ਜਾ ਕੇ ਅਸੀਂ ਉੱਥੋਂ ਦੇ ਇਤਿਹਾਸ ਬਾਰੇ, ਉੱਥੋਂ ਦੀ ਅਹਿਮੀਅਤ ਬਾਰੇ ਜਿਹੜੀ ਸਾਧ ਸੰਗਤ ਦੇ ਨਾਲ ਜਿਹੜੀ ਅਸੀਂ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉੱਥੇ ਹੀ ਆਪ ਜੀ ਜਿਵੇਂ ਕਿ ਜਾਣਦੇ ਹੋ ਕਿ ਜਿੱਥੇ ਸਾਡੀਆਂ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਖਾਸ ਤੌਰ ਤੇ ਔਰ ਵੱਖ-ਵੱਖ ਥਾਵਾਂ ਦੇ ਉੱਤੇ ਸਾਡੇ ਰਾਗੀ ਨੇ, ਢਾਡੀ ਨੇ, ਪ੍ਰਚਾਰਕ ਨੇ, ਗ੍ਰੰਥੀ ਸਿੰਘ ਨੇ, ਉਹਨਾਂ ਦੇ ਵੀ ਕਈ ਆਪਣੀਆਂ ਜਿਹੜੀਆਂ ਸੇਵਾਵਾਂ ਨਿਭਾਉਂਦੇ ਹੋਇਆਂ ਕਈ ਤਰ੍ਹਾਂ ਦੀਆਂ ਕਿਤੇ ਊਣਤਾਈਆਂ ਜਿਹੜੀਆਂ ਸੇਵਾ ਦੇ ਵਿੱਚ ਰਹਿ ਜਾਂਦੀਆਂ ਨੇ, ਜਾਂ ਕਈ ਥਾਵਾਂ ਦੇ ਉੱਤੇ ਸਾਡੀ ਜਿਹੜੀ ਆ ਚੌਧਰ ਦੀ ਭੁੱਖ ਕੁਝ ਲੋਕਾਂ ਦੇ ਸਾਹਮਣੇ ਆ ਜਾਂਦੀ ਹੈ, ਜਾਂ ਕੁਝ ਵੀ ਕਾਰਨ ਬਣੇ ਉੱਥੇ ਆਪਸ ਵਿੱਚ ਜਿਹੜਾ ਵਿਵਾਦ ਪੈਦਾ ਹੋ ਜਾਂਦਾ ਹੈ। ਤੋ ਅਸੀਂ ਸਮਝਦੇ ਹਾਂ ਕਿ ਜੇ ਅਜਿਹੇ ਵਿਵਾਦ ਪੈਦਾ ਹੁੰਦੇ ਨੇ ਤਾਂ ਮਿਲ ਬੈਠ ਕੇ ਉਹਨਾਂ ਦਾ ਹੱਲ ਕਰਨਾ ਵੀ ਸਾਡੀ ਇੱਕ ਜ਼ਿੰਮੇਵਾਰੀ ਬਣਦੀ ਹੈ, ਤਾਂ ਕਿ ਸਾਡਾ ਜਿਹੜਾ ਪ੍ਰਭਾਵ ਹੈ ਉਸ ਸਮੂਹ ਸੰਗਤ ਵਿੱਚ ਚੰਗੇ ਢੰਗ ਨਾਲ ਪਵੇ, ਤਾਂ ਕਿ ਸਾਡਾ ਜਿਹੜਾ ਧਰਮ ਪੰਥ ਹੈ ਇਹਦੇ ਵੱਲ ਸਭ ਦੀ ਜਿਹੜੀ ਜਗਿਆਸਾ ਹੈ ਉਹ ਹੋਰ ਜਗਿਆਸਾ ਜਿਹੜੀ ਇੱਥੇ ਆ ਕੇ ਸ਼ਾਂਤ ਹੋ ਸਕੇ, ਔਰ ਹਰ ਕੋਈ ਸਮਝੇ ਕਿ ਹਾਂ ਮੈਂ ਸੱਚਮੁੱਚ ਗੁਰਧਾਮ ਦੇ ਨਾਲ ਜੇ ਜੁੜਿਆ ਹਾਂ ਤਾਂ ਮੈਂ ਸੇਵਾ ਲਈ ਜੁੜਿਆ ਹਾਂ। ਔਰ ਇਸ ਸੇਵਾ ਦੀ ਜਿਹੜੀ ਭਾਵਨਾ ਹੈ ਸਾਡੀ, ਜਿਵੇਂ ਸਾਡੀ ਲੰਗਰਾਂ ਦੀ ਭਾਵਨਾ ਹੈ, ਸਾਡੇ ਹੋਰ ਜਿੰਨੇ ਵੀ ਸਾਡੇ ਗੁਣ ਨੇ ਸਿੱਖ ਪੰਥ ਨੂੰ ਗੁਰੂ ਮਹਾਰਾਜ ਦੀ ਬਖਸ਼ਿਸ਼ ਜੋ ਹੈ ਉਹਦਾ ਤਦੇ ਹੀ ਸਹੀ ਉਪਯੋਗ ਜਿਹੜਾ ਹੋ ਪਾਉਂਦਾ ਹੈ, ਤਾਂ ਹੀ ਜਿਹੜਾ ਸਿੱਖ ਪੰਥ ਹੈ ਉਹ ਚੜ੍ਹਦੀ ਕਲਾ ਵਿੱਚ ਰਹੇਗਾ ਜੇਕਰ ਅਸੀਂ ਸਾਰੇ ਸੂਝ-ਬੂਝ ਦੇ ਨਾਲ ਕੰਮ ਲੈਂਦੇ ਹੋਏ ਅਜਿਹੇ ਵਿਵਾਦਾਂ ਤੋਂ ਬਚੀਏ। ਤੋ ਅਜਿਹਾ ਹੀ ਇੱਕ ਵਿਵਾਦ ਜਲੰਧਰ ਦੇ ਦਿਆਲ ਨਗਰ ਵਿਖੇ ਸਥਿਤ ਹੈ ਜੀ, ਗੁਰਦੁਆਰਾ ਆਸਾਪੂਰਨ ਰਜਿਸਟਰਡ। ਤੋ ਉੱਥੋਂ ਦੀ ਪ੍ਰਬੰਧਕ ਕਮੇਟੀ ਔਰ ਉੱਥੋਂ ਦੇ ਜਿਹੜੇ ਗ੍ਰੰਥੀ ਸਿੰਘ ਸੀ ਔਰ ਸੇਵਾਦਾਰ ਸੀ, ਉਹਨਾਂ ਦੇ ਵਿਚਾਲੇ ਕੁਝ ਵਿਵਾਦ ਇਸ ਕਾਰਨ ਪੈਦਾ ਹੋ ਗਿਆ ਕਿ ਉਹਨਾਂ ਦਾ ਇਲਜ਼ਾਮ ਸੀ ਗ੍ਰੰਥੀ ਸਿੰਘਾਂ ਦਾ ਕਿ ਉਹਨਾਂ ਨੂੰ ਬਿਨਾਂ ਨੋਟਿਸ ਦਿੱਤੇ ਤੁਰੰਤ ਹੀ ਹਟਾ ਦਿੱਤਾ ਗਿਆ, ਉਹਨਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ। ਅਤੇ ਜੋ ਦਿੱਲੀ ਦੇ ਸੀ ਸੇਵਾਦਾਰ, ਉਹਨਾਂ ਦਾ ਇਹ ਮੰਨਣਾ ਸੀਗਾ ਕਿ ਉਹ ਹੁਣ ਤੁਰੰਤ ਜਿਹੜਾ ਉਹ ਆਪਣੇ ਬੱਚਿਆਂ ਨੂੰ ਵੀ ਇੱਥੇ ਲੈ ਕੇ ਆਏ ਅਤੇ ਹੁਣ ਉਹ ਤੁਰੰਤ ਵਾਪਸ ਜੇ ਦਿੱਲੀ ਜਾਣਗੇ ਜਾਂ ਕਿੱਥੇ ਜਾਣਗੇ, ਉਹ ਕਿਵੇਂ ਜਾਣਗੇ। ਤੋ ਇਹੋ ਜਿਹੀ ਸਮੱਸਿਆ ਨੂੰ ਲੈ ਕੇ ਜਦੋਂ ਸਾਡੀ ਜਿਹੜੀ ਟੀਮ ਹੈ ਕੇਸਰੀ ਵਿਰਾਸਤ ਦੀ ਉਹ ਮੌਕੇ 'ਤੇ ਪਹੁੰਚੀ ਤਾਂ ਦੇਖਿਆ ਕਿ ਉੱਥੇ ਗ੍ਰੰਥੀ ਸਿੰਘ ਸੀ, ਕੁਝ ਲੋਕ ਇਕੱਠੇ ਹੋਏ ਔਰ ਗੁਰਦੁਆਰਾ ਸਾਹਿਬ ਨੂੰ ਜਿਹੜੀ ਆ ਉਹ ਤਾਲੇ ਲੱਗੇ ਹੋਏ ਸੀਗੇ, ਬਾਹਰਲੇ ਗੇਟ ਨੂੰ ਵੀ ਤਾਲੇ ਲੱਗੇ ਹੋਏ ਸੀਗੇ। ਹਾਲਾਂਕਿ ਗੁਰਦੁਆਰਾ ਸਾਹਿਬ ਦੇ ਅੰਦਰ ਕੁਝ ਸੇਵਾਦਾਰ ਵੀ ਮੌਜੂਦ ਸੀ, ਅਤੇ ਜਦੋਂ ਬਾਹਰ ਵੱਖ-ਵੱਖ ਜਥੇਬੰਦੀਆਂ ਇਕੱਠੀਆਂ ਹੋਣੀਆਂ ਸ਼ੁਰੂ ਹੋਈਆਂ, ਕੁਝ ਸਿੰਘ ਇਕੱਠੇ ਹੋਏ ਤਾਂ ਸੇਵਾਦਾਰਾਂ ਨੇ ਦੇਖਿਆ ਕਿ ਬਾਹਰ ਹਿਲਜੁਲ ਹੋ ਰਹੀ ਹੈ, ਤਾਂ ਉਹ ਆ ਕੇ ਉਹਨਾਂ ਨੇ ਆਪਣਾ ਦੱਸਿਆ ਕਿ ਸਾਨੂੰ ਜੋ ਆਦੇਸ਼ ਹੈ ਪ੍ਰਬੰਧਕ ਕਮੇਟੀ ਦਾ ਉਹ 12 ਤੋਂ ਲੈ ਕੇ 4 ਵਜੇ ਤੱਕ ਬੰਦ ਗੁਰਦੁਆਰਾ ਸਾਹਿਬ ਨੂੰ ਰੱਖਣ ਦਾ, ਇਹਨੂੰ ਤਾਲੇ ਲਾ ਕੇ ਰੱਖਣ ਦਾ ਆਦੇਸ਼ ਹੈ। ਔਰ ਅਜਿਹਾ ਮਾਹੌਲ ਬਣ ਗਿਆ ਕਿ ਆਹਿਸਤਾ ਆਹਿਸਤਾ ਉੱਥੇ ਜਿੰਨੇ ਲੋਕ ਜੁੜਦੇ ਗਏ ਉਹ ਆ ਕੇ ਉੱਥੇ ਬੈਠਦੇ ਗਏ, ਉੱਥੇ ਦਰੀਆਂ ਵਿਛਾ ਕੇ ਜਿਵੇਂ ਇੱਕ ਧਰਨੇ ਵਾਲਾ ਜਿਹੜਾ ਉਹ ਮਾਹੌਲ ਬਣ ਗਿਆ ਸੀ ਗੁਰਦੁਆਰਾ ਸਾਹਿਬ ਦੇ ਬਾਹਰ। ਔਰ ਅਜਿਹੇ ਹਾਲਾਤ ਪੈਦਾ ਹੋ ਗਏ ਸੀ ਕਿ ਜਿਸ ਨਾਲ ਪ੍ਰਸ਼ਾਸਨ ਦੇ ਕੰਨ ਵੀ ਖੜੇ ਹੋ ਗਏ ਔਰ ਇੱਥੇ CID ਦੀਆਂ ਟੀਮਾਂ ਵੀ ਪਹੁੰਚ ਗਈਆਂ, ਪੁਲਿਸ ਵੀ ਪਹੁੰਚਣੀ ਸ਼ੁਰੂ ਹੋਈ। ਉਹ ਸਾਰੀਆਂ ਚੀਜ਼ਾਂ ਅਸੀਂ ਤੁਹਾਨੂੰ ਬਹੁਤ ਛੇਤੀ ਦਿਖਾਉਣ ਜਾ ਰਹੇ ਹਾਂ। ਆਓ ਦੇਖਦੇ ਕੀ ਮਾਮਲਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੇਸਰੀ ਵਿਰਾਸਤ ਦੇ ਦਰਸ਼ਕਾਂ ਦਾ ਇੱਕ ਵਾਰ ਫਿਰ ਹਾਰਦਿਕ ਸਵਾਗਤ। ਜਿਵੇਂ ਕਿ ਆਪ ਜੀ ਦੇਖ ਰਹੇ ਹੋ, ਅਸੀਂ ਖੜੇ ਹਾਂ ਗੁਰਦੁਆਰਾ ਆਸਾਪੂਰਨ ਰਜਿਸਟਰਡ ਦਿਆਲ ਨਗਰ ਜਲੰਧਰ ਦੇ ਵਿੱਚ। ਸਾਨੂੰ ਕੁਝ ਸਿੰਘਾਂ ਦਾ ਫੋਨ ਆਇਆ ਸੀ, ਪਤਾ ਲੱਗਾ ਸੀ ਕਿ ਕੁਝ ਸਿੰਘ ਨੇ ਜਿਹੜੇ ਗੁਰਦੁਆਰਾ ਸਾਹਿਬ ਦੇ ਬਾਹਰ ਦਰੀ ਵਿਛਾ ਕੇ ਸੜਕ ਦੇ ਉੱਤੇ ਬੈਠੇ ਨੇ, ਔਰ ਅਸੀਂ ਆ ਕੇ ਦੇਖਦੇ ਹਾਂ ਕਿ ਤਾਲੇ ਲੱਗੇ ਹੋਏ ਨੇ ਅੰਦਰੋਂ ਗੁਰਦੁਆਰਾ ਸਾਹਿਬ ਨੂੰ। ਅਤੇ ਹੁਣ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਸਿੰਘ ਆਏ ਨੇ ਉਹ ਇੱਥੇ ਕਿਸ ਕੰਮ ਲਈ ਆਏ ਨੇ, ਉਹਨਾਂ ਦੀ ਕੀ ਸਮੱਸਿਆ ਹੈ, ਇਹ ਜਾਣਨ ਲਈ ਆਪਾਂ ਚੱਲਦੇ ਹਾਂ। ਕੁਝ ਸਿੰਘ ਜਿਹੜੇ ਨੇ ਮੌਜੂਦ ਨੇ, ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਕਿਸ ਤਰ੍ਹਾਂ ਬੈਠੇ ਹੋ ਇੱਥੇ, ਦੱਸੋ ਜਰਾ ਸਮੱਸਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਹਿਲਾਂ ਆਪਣੇ ਬਾਰੇ ਦੱਸੋ ਜੀ, ਤੁਸੀਂ ਕਿਸ ਸੰਸਥਾ ਨਾਲ ਸੰਬੰਧਿਤ ਹੋ ਅਤੇ ਕਿਸ ਤਰ੍ਹਾਂ ਤੁਸੀਂ ਇਸ ਤਰ੍ਹਾਂ ਬੈਠੇ? ਅਸੀਂ ਜੀ ਧੰਨ ਧੰਨ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ, ਰਜਿਸਟਰਡ ਭਾਰਤ, ਪ੍ਰਮਾਣਿਤ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਅਤੇ ਪ੍ਰਮਾਣਿਤ ਦਮਦਮਾ ਸਾਹਿਬ ਤਲਵੰਡੀ ਸਾਬੂ, ਇਹ ਜੋ ਸਾਡੀ ਸਭਾ ਉੱਥੋਂ ਪ੍ਰਮਾਣਿਤ ਆ, ਰਜਿਸਟਰਡ ਭਾਰਤ ਸਰਕਾਰ ਦੇ ਅੰਦਰ ਆ, ਅਤੇ ਦਾਸ ਰਣਜੀਤ ਸਿੰਘ ਦੁਆਬਾ ਜੋਨ ਦਾ ਪ੍ਰੈਜ਼ੀਡੈਂਟ। ਸੋ ਸੰਗਤਾਂ ਵੱਲੋਂ ਬੇਨਤੀ ਆਈ ਸੀ ਇਸ ਗੁਰਦੁਆਰੇ ਦੀ
ਕਿ ਇੱਥੇ ਇੱਕ ਨਜਾਇਜ਼ ਹੀ ਗ੍ਰੰਥੀ ਸਿੰਘ ਨੂੰ ਜਿਹੜਾ ਧੱਕਾ ਕਰਕੇ ਕੱਢਿਆ ਗਿਆ ਬਿਨਾਂ ਕਿਸੇ ਕਸੂਰ ਤੋਂ। ਤੇ ਇਹ ਜਿਹੜੀ ਸਭਾ ਆ ਇਹ ਗ੍ਰੰਥੀ ਸਿੰਘਾਂ ਦੇ ਹੱਕ ਦੇ ਵਿੱਚ ਆ। ਤੇ ਇਦਾਂ ਦਾ ਜਿਹੜਾ ਧੱਕਾ ਕਮੇਟੀਆਂ ਅੱਜ ਤੋਂ ਨਹੀਂ ਕਈ ਸਮੇਂ ਤੋਂ ਕਈ ਸਾਲਾਂ ਤੋਂ ਕਰਦੀਆਂ। ਇੱਕੋ ਹੀ ਕਾਰਨ ਆ ਕਿਉਂ ਕਰਦੀਆਂ, ਕਿਉਂਕਿ ਗ੍ਰੰਥੀ ਸਿੰਘਾਂ ਦੀ ਯੂਨੀਅਨ ਨਹੀਂ ਸੀ ਬਣੀ, ਪਰ ਹੁਣ ਸਤਿਗੁਰ ਦੀ ਕਿਰਪਾ ਨਾਲ ਗ੍ਰੰਥੀ ਸਿੰਘਾਂ ਦੀ, ਪਾਠੀ ਸਿੰਘਾਂ ਦੀ, ਰਾਗੀ ਸਿੰਘਾਂ ਦੀ ਯੂਨੀਅਨ ਬਣ ਚੁੱਕੀ ਆ। ਤੇ ਜਿਹੜਾ ਹੁਣ ਅੱਗੇ ਤੋਂ ਜਿਹੜਾ ਧੱਕਾ ਹੈ ਬਿਲਕੁਲ ਬੰਦ ਹੋਊਗਾ। ਕਮੇਟੀਆਂ ਹੁਣ ਜਿਹੜਾ ਜ਼ੋਰ ਜ਼ਬਰਦਸਤੀ ਗ੍ਰੰਥੀ ਸਿੰਘ 'ਤੇ ਨਹੀਂ ਕਰੂਗੀਆਂ। ਇਸ ਕਰਕੇ ਅਸੀਂ ਇਕੱਤਰ ਹੋਏ ਹਾਂ ਕਿ ਉਸ ਗ੍ਰੰਥੀ ਸਿੰਘ ਨੂੰ ਦੁਬਾਰਾ ਇੱਥੇ ਬਹਾਲ ਕੀਤਾ ਜਾਵੇ। ਕੀ ਨਾਂ ਹੈ ਜੀ ਉਸ ਗ੍ਰੰਥੀ ਸਿੰਘ ਦਾ ਔਰ ਕੀ ਮਾਮਲਾ ਹੈ, ਤੁਸੀਂ ਸੰਪਰਕ ਕਿਵੇਂ ਆਏ? ਉਹ ਗ੍ਰੰਥੀ ਸਿੰਘ ਦਾ ਨਾਮ ਜਗਰੂਪ ਸਿੰਘ ਹੈ ਜੀ। ਤੇ ਬਹੁਤ ਹੀ ਵਧੀਆ ਇਨਸਾਨ ਆ, ਬਾਣੀ ਦੇ ਵਧੀਆ ਗਿਆਤਾ ਆ। ਤੇ ਉਹ ਕਿੰਨੀ ਕੁ ਦੇਰ ਤੋਂ ਇੱਥੇ ਕੰਮ ਕਰ ਰਹੇ ਸੀ? ਉਹ 8-9 ਮਹੀਨਿਆਂ ਤੋਂ ਇੱਥੇ ਸੇਵਾ ਕਰ ਰਹੇ ਸੀਗੇ ਜੀ ਉਹ। ਤੇ ਕਮੇਟੀ ਨੇ ਅਚਾਨਕ ਹੀ ਉਹਨਾਂ ਦਾ ਸਮਾਨ ਚੁਕਾਤਾ। ਉਹਦਾ ਕਾਰਨ ਇਹ ਬਣਿਆ, ਕਮੇਟੀ ਕਹਿੰਦੀ ਹੈ ਵੀ ਜਿਹੜਾ ਸਾਡਾ ਕਹਿਣਾ ਨਹੀਂ ਮੰਨੂਗਾ ਉਹ ਗ੍ਰੰਥੀ ਇੱਥੇ ਨਹੀਂ ਰਹੂਗਾ। ਕਹਿਣਾ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮੰਨਣਾ, ਸਤਿਗੁਰ ਦਾ ਕਹਿਣਾ ਮੰਨਣਾ, ਕਿਸੇ ਬੰਦੇ ਦੇ ਵਿੱਚ ਨਹੀਂ। ਜੋ ਮਰਜ਼ਾਦਾ ਹੈ ਅਕਾਲ ਤਖਤ ਵੱਲੋਂ ਉਹ ਫੋਲੋ ਕਰਨੀ ਆ। ਕਿਸੇ ਬੰਦੇ ਦੀ ਮਰਿਆਦਾ ਇੱਥੇ ਫੋਲੋ ਨਹੀਂ ਹੋਣੀ ਗੁਰੂ ਘਰ ਦੇ ਵਿੱਚ। ਤੇ ਨਾ ਹੀ ਕਿਸੇ ਕਮੇਟੀ ਮੈਂਬਰ ਦਾ ਹੁਣ ਧੱਕਾ ਚੱਲਿਆ ਜਾਊਗਾ ਜੀ ਗੁਰੂ ਘਰਾਂ 'ਚ। ਹਾਂਜੀ, ਹੁਣ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਨੇ ਭਾਈ ਧਰਮਜੀਤ ਸਿੰਘ ਜੀ। ਅਸੀਂ ਇਹਨਾਂ ਕੋਲ ਜਾਣਾਂਗੇ ਕਿ ਕੀ ਮਾਮਲਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ, ਜਿਸ ਤਰ੍ਹਾਂ ਕਿ ਆਪ ਜੀ ਨੂੰ ਪਹਿਲਾਂ ਵੀ ਪਤਾ ਹੈ, ਕੁਝ ਸਮਾਂ ਪਹਿਲਾਂ ਸਾਡੇ ਜਥੇ ਵੱਲੋਂ ਸਿੱਖ ਤਾਲਮੇਲ ਕਮੇਟੀ ਵੱਲੋਂ, ਜਿਨ੍ਹਾਂ ਵਿੱਚ ਭਾਈ ਕੁਲਵਿੰਦਰ ਸਿੰਘ ਜੀ ਸਿੱਖ ਪੰਥ ਦੇ ਮਹਾਨ ਕਥਾਵਾਚਕ ਵਿੱਚ ਸ਼ਾਮਿਲ ਹਨ, ਭਾਈ ਜਤਿੰਦਰ ਸਿੰਘ ਜੀ ਮਝੈਲ, ਭਾਈ ਬਲਦੇਵ ਸਿੰਘ ਜੀ, ਭਾਈ ਕੁਲਤਾਰਨ ਸਿੰਘ ਜੀ, ਭਾਈ ਦੀਦਾਰ ਸਿੰਘ ਜੀ, ਸਾਡੇ ਸਾਰੇ ਜਥੇ ਦੇ ਮੈਂਬਰ ਸ਼ਾਮਿਲ ਹਨ। ਕੁਝ ਸਮਾਂ ਪਹਿਲਾਂ ਅਸੀਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਰਾਹੀਂ ਇਹ ਸੰਦੇਸ਼ ਦੇਣਾ ਕੀਤਾ ਸੀਗਾ ਕਿ ਆਸਾਪੂਰਨ ਗੁਰਦੁਆਰਾ ਸਾਹਿਬ ਵਿਖੇ ਗੁਰੂ ਮਹਾਰਾਜ ਜੀ ਦੀ ਮਰਿਆਦਾ ਦੀ ਉਲੰਘਣਾ ਕੀਤੀ ਜਾ ਰਹੀ ਹੈ। ਦੋ ਜਗ੍ਹਾ ਗੁਰੂ ਮਹਾਰਾਜ ਜੀ ਦੇ ਸਰੂਪ ਪ੍ਰਕਾਸ਼ ਕੀਤੇ ਹਨ, 2 ਜਗ੍ਹਾ ਨਿਤਨੇਮ ਹੁੰਦੇ ਹਨ, 2 ਜਗ੍ਹਾ ਆਸਾ ਜੀ ਦੀ ਵਾਰ ਦੇ ਕੀਰਤਨ ਹੁੰਦੇ ਹਨ, ਔਰ 2 ਜਗ੍ਹਾ ਹੀ ਗ੍ਰੰਥੀ ਸਿੰਘ ਜੋ ਆਪਣੀ ਡਿਊਟੀ ਕਥਾ ਦੀ ਡਿਊਟੀ ਨਿਭਾਉਂਦੇ ਹਨ। ਸੁਖਮਨੀ ਸਾਹਿਬ ਦੇ ਪਾਠ ਜਦੋਂ ਇੱਕ ਗੁੱਟ ਕਰਦਾ ਹੈ, ਇੱਕ ਕਮੇਟੀ ਮੈਂਬਰ ਦੇ ਸੰਗਤ ਦੀ ਕਰਦੇ ਹਨ, ਤਾਂ ਦੂਜਾ ਕਮੇਟੀ ਮੈਂਬਰ ਉਸੇ ਵਕਤ ਹੀ ਸੁਖਮਨੀ ਸਾਹਿਬ ਸ਼ੁਰੂ ਕਰ ਦਿੰਦਾ ਹੈ, ਜੋ ਕਿ ਘੋਰ ਬੇਅਦਬੀ ਹੈ। ਤਾਂ ਸਾਡੇ ਸਤਿਕਾਰਯੋਗ ਸਾਡੇ ਛੋਟੇ ਬ੍ਰਦਰ, ਸਾਡੇ ਛੋਟੇ ਭਰਾ ਜਗਰੂਪ ਸਿੰਘ ਜੀ, ਜੋ ਕਿ ਇੱਥੇ ਗ੍ਰੰਥੀ ਸਿੰਘ ਜੀ ਦੀ ਡਿਊਟੀ ਕਰ ਰਹੇ ਸਨ, ਉਹਨਾਂ ਨੂੰ ਕਮੇਟੀ ਮੈਂਬਰਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਸੁਖਮਨੀ ਸਾਹਿਬ ਚੱਲ ਰਹੇ ਹਨ, ਅਸੀਂ ਵੀ ਸੁਖਮਨੀ ਸਾਹਿਬ ਕਰਾਉਣੇ ਹਨ ਹੁਣੇ ਹੀ। ਤਾਂ ਉਹਨਾਂ ਨੇ ਇਸ ਦੀ ਵਿਰੋਧਤਾ ਕੀਤੀ ਕਿ ਜਦ ਇੱਕ ਜਗ੍ਹਾ ਸੁਖਮਨੀ ਸਾਹਿਬ ਚੱਲ ਰਹੇ ਹਨ ਤਾਂ ਪਲੀਜ਼ ਆਪ ਦੂਜੀ ਜਗ੍ਹਾ ਸੁਖਮਨੀ ਸਾਹਿਬ ਚਲਾਉਣ ਦੀ ਇਹ ਗੱਲ ਨਾ ਕਹੋ। ਤਾਂ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਰੱਖਿਆ ਇੱਥੇ, ਅਸੀਂ ਜੋ ਕਹਾਂਗੇ ਤੁਹਾਨੂੰ ਕਰਨਾ ਪੈਣਾ ਹੈ, ਤਾਂ ਤੁਸੀਂ ਸੁਖਮਨੀ ਸਾਹਿਬ ਸ਼ੁਰੂ ਕਰੋ। ਤਾਂ ਉਹਨਾਂ ਨੇ ਸੁਖਮਨੀ ਸਾਹਿਬ ਸ਼ੁਰੂ ਕੀਤੇ। ਜਦੋਂ 4-5 ਅਸ਼ਟਪਦੀਆਂ ਦੇ ਲਾਗੇ ਉਹਨਾਂ ਨੇ ਬਾਣੀ ਪੜ੍ਹੀ ਤਾਂ ਉਹਨਾਂ ਦੇ ਕੁਦਰਤੀ ਜਿੱਦਾਂ ਸੱਚੇ ਪਾਤਸ਼ਾਹ ਆਪ ਆ ਕੇ ਵਿੱਚ ਬੋਲਦੇ ਹਨ ਇਨਸਾਨ ਦੇ, ਉਹਨਾਂ ਦਿਲ ਵਿੱਚ ਆਈ ਕਿ ਮੈਂ ਬੇਅਦਬੀ ਕਰ ਰਿਹਾ ਮਹਾਰਾਜ ਦੀ। ਇੱਕ ਪਾਸੇ ਸੁਖਮਨੀ ਸਾਹਿਬ ਚੱਲ ਰਿਹਾ ਤਾਂ ਦੂਜੇ ਪਾਸੇ ਸੁਖਮਨੀ ਸਾਹਿਬ ਮੈਂ ਕਿੱਦਾਂ ਕਰ ਸਕਦਾ ਹਾਂ, ਰੌਲਾ ਪੈਂਦਾ ਹੈ, ਸਮਝ ਨਹੀਂ ਲੱਗਦੀ ਸੰਗਤਾਂ ਨੂੰ। ਉਹਨਾਂ ਨੇ ਸੁਖਮਨੀ ਸਾਹਿਬ ਉੱਥੇ ਹੀ ਸਮਾਪਤ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਸਾਹਿਬ ਜੀ ਜੋ ਹੁਕਮਨਾਮਾ ਸਾਹਿਬ ਜੀ 'ਤੇ ਲਿਆ ਕੇ ਰਮਾਲਾ ਸਾਹਿਬ ਜੀ ਦੇਣਾ ਕੀਤਾ। ਤਾਂ ਕਮੇਟੀ ਮੈਂਬਰ ਨੇ, ਜੋ ਸਾਨੂੰ ਇਹ ਸ਼ਿਕਾਇਤ ਪਹੁੰਚੀ, ਕਮੇਟੀ ਮੈਂਬਰ ਨੇ 25-26 ਜੋ ਕਿ ਆਪਣੇ ਮੈਂਬਰ ਬੁਲਾ ਕੇ ਉਹਨਾਂ ਨੂੰ ਕਹਿਣਾ ਕੀਤਾ ਕਿ ਤੁਸੀਂ ਘੋਰ ਬੇਅਦਬੀ ਕੀਤੀ, ਜੋ ਕਿ ਸੁਖਮਨੀ ਸਾਹਿਬ ਵਿੱਚ ਰੋਕ ਦਿੱਤੇ। ਹੁਣ ਮੈਂ ਇਹ ਕਮੇਟੀ ਮੈਂਬਰ ਨੂੰ ਕਹਿਣਾ ਚਾਹੁੰਦਾ ਹਾਂ ਕਿ ਗ੍ਰੰਥੀ ਸਿੰਘ ਜੀ ਨੇ ਬੇਅਦਬੀ ਕਿੱਦਾਂ ਕੀਤੀ? ਗ੍ਰੰਥੀ ਸਿੰਘ ਜੀ ਨੇ ਖੁਦ ਸੁਖਮਨੀ ਸਾਹਿਬ ਸ਼ੁਰੂ ਕੀਤੇ ਸੀਗੇ। ਗ੍ਰੰਥੀ ਸਾਹਿਬ ਜੀ ਤੋਂ ਤੁਸੀਂ ਸੁਖਮਨੀ ਸਾਹਿਬ ਸ਼ੁਰੂ ਕਰਵਾਏ, ਇਹਦਾ ਮਤਲਬ ਬੇਅਦਬੀ ਤੁਸੀਂ ਕੀਤੀ ਹੈ ਪਹਿਲਾਂ। ਔਰ ਇੱਕ ਸ਼ਿਕਾਇਤ ਤੁਹਾਡੀ ਹੋਰ ਮਿਲੀ ਹੈ ਕਿ ਕਮੇਟੀ ਦਾ ਕੋਈ ਵੀ ਮੈਂਬਰ ਸਵੇਰੇ 7 ਵਜੇ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਨਹੀਂ ਵੜਦੇ, ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਨਹੀਂ ਕਰਦੇ। ਜੇ ਤੁਸੀਂ ਅੰਮ੍ਰਿਤਧਾਰੀ ਹੋ, ਗੁਰੂ ਮਹਾਰਾਜ ਦਾ ਅੰਮ੍ਰਿਤ ਛਕਿਆ, ਤੁਸੀਂ ਗੁਰੂ ਵਾਲੇ ਸਿੱਖ ਹੋ, ਤੇ ਗੁਰੂ ਮਹਾਰਾਜ ਦਾ ਪਹਿਲਾ ਉਪਦੇਸ਼ ਹੈ ਕਿ ਅੰਮ੍ਰਿਤ ਵੇਲੇ ਆ ਕੇ ਇਸ਼ਨਾਨ ਪਾਣੀ ਕਰਕੇ ਗੁਰੂ ਮਹਾਰਾਜ ਜੀ ਦੀ ਸੇਵਾ ਕਰੋ। ਸੰਗਤ ਆਵੇ ਨਹੀਂ ਆਏ ਉਹਨਾਂ ਦੀ ਸ਼ਰਧਾ ਹੈ, ਚਾਹੇ ਉਹ ਲੇਟ ਆਉਣ, ਅਸੀਂ ਉਹਨਾਂ ਨੂੰ ਫੋਰਸ ਨਹੀਂ ਕਰ ਸਕਦੇ। ਤੁਹਾਡਾ ਪਹਿਲਾ ਫਰਜ਼ ਕੀ ਬਣਦਾ ਹੈ ਕਿ ਤੁਸੀਂ ਅੰਮ੍ਰਿਤ ਵੇਲੇ ਆ ਕੇ ਮਹਾਰਾਜ ਦੀ ਸੇਵਾ ਕਰਨੀ ਕਰੋ। ਔਰ ਇੱਥੇ ਕੋਈ ਆ ਰਿਹਾ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗਿਆਨੀ ਕੁਲਵਿੰਦਰ ਸਿੰਘ ਭੋਗਪੁਰ ਤੋਂ
ਦਾਸ ਦਸ਼ਮੇਸ਼ ਤਰਨਾ ਦਲ ਪੰਜਵਾਂ ਨਿਸ਼ਾਨ ਤੋਂ ਪੰਜਾਬ ਦੇ ਪ੍ਰਚਾਰ ਦਾ ਸਭਾ ਦਾ ਹੈੱਡ ਪ੍ਰਚਾਰਕ ਹੈ ਉਹਨਾਂ ਵੱਲੋਂ। ਸੋ ਇਹ ਜੋ ਮਸਲਾ ਹੈ, ਇਹ ਮਸਲਾ ਸਾਡੇ ਕੋਲ ਅੱਜ ਤੋਂ 10-15 ਦਿਨ ਪਹਿਲਾਂ ਵੀ ਸਾਨੂੰ ਦੇਖਣ ਨੂੰ ਮਿਲਿਆ ਸੀਗਾ। ਬੜੇ ਦੁੱਖ ਦੀ ਗੱਲ ਹੈ ਕਿ ਜਿਹੜੀ ਕੌਮ ਦੂਸਰਿਆਂ ਦੇ ਫੈਸਲੇ ਆਪ ਕਰਵਾਉਂਦੀ ਹੈ, ਅੱਜ ਉਹ ਕੌਮ ਆਪਣੇ ਮਸਲਿਆਂ ਦੇ ਵਿੱਚ ਹੀ ਉਲਝੀ ਪਈ ਹੈ। ਕਾਰਨ ਇਹਦਾ ਇੱਕੋ ਹੀ ਹੈ ਕਿ ਜਿਹੜੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਢਾਂਚਾ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਨਿਗਾਰ ਆ ਚੁੱਕਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਪ੍ਰਬੰਧਕੀ ਢਾਂਚਾ ਹੈ ਇਹ ਨਿਗਾਰ ਵੱਲ ਨੂੰ ਬਹੁਤ ਜਲਦੀ ਦੇ ਨਾਲ, ਤੇਜ਼ੀ ਦੇ ਨਾਲ ਜਾ ਰਿਹਾ ਹੈ। ਸੋ ਸਾਨੂੰ ਇਸ ਗੱਲ ਦਾ 10-12 ਦਿਨ ਪਹਿਲਾਂ ਪਤਾ ਲੱਗਾ। ਉਦੋਂ ਮੇਰੀ ਇੱਥੋਂ ਦੇ ਜਿਹੜੇ ਪ੍ਰਧਾਨ ਸਾਹਿਬ, ਸ਼ਾਇਦ ਉਹਨਾਂ ਦਾ ਨਾਮ ਚਾਵਲਾ ਜੀ ਹੈ, ਚਾਵਲਾ ਜੀ ਨਾਲ ਮੇਰੀ ਗੱਲਬਾਤ ਹੋਈ ਹੈ ਕਿ ਅਸੀਂ ਆਪ ਜੀ ਨੂੰ ਮਿਲਣਾ ਚਾਹੁੰਦੇ ਹਾਂ। ਅਤੇ ਉਹਨਾਂ ਨੇ ਮੈਨੂੰ ਫੋਨ 'ਤੇ ਇਹ ਗੱਲ ਕਹੀ ਹੈ ਕਿ ਭਾਈ ਸਾਹਿਬ ਜੀ ਮੈਂ ਬਿਮਾਰ ਰਹਿੰਦਾ ਹਾਂ ਅਤੇ ਮੈਂ ਨਹੀਂ ਆ ਸਕਦਾ। ਜਦ ਕਿ ਫਿਰ ਮੈਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਵੀ ਉਹ ਤਾਂ ਬਕਾਇਦਾ ਆਪਣੇ ਕੰਮ 'ਤੇ ਜਾ ਰਹੇ ਹੈ, ਬਕਾਇਦਾ ਮਾਰਕੀਟ ਜਾ ਰਹੇ ਹੈ। ਦੇਖੋ, ਇੱਕ ਗੁਰਦੁਆਰਾ ਸਾਹਿਬ ਦੇ ਜਿਹੜੇ ਮੇਰੇ ਕੋਲ ਬਕਾਇਦਾ ਉਹਨਾਂ ਦੀ ਮੇਰੇ ਫੋਨ 'ਤੇ ਰਿਕਾਰਡਿੰਗ ਵੀ ਪਈ ਹੋਈ ਹੈ ਅੱਜ ਤੋਂ 10 ਵਾਰ। ਇਸੇ ਸਬੰਧ 'ਚ ਮਿਲਣਾ ਸੀਗਾ ਕਿ ਤੁਸੀਂ ਗੁਰਦੁਆਰਾ ਸਾਹਿਬ ਇੱਕ ਹੋਵੋ ਔਰ ਇੱਕ ਗੁਰਦੁਆਰਾ ਸਾਹਿਬ ਦੇ ਅੰਦਰ ਤੁਸੀਂ 2 ਗੁਰੂ ਗ੍ਰੰਥ ਸਾਹਿਬ ਵੱਖਰੇ ਵੱਖਰੇ ਪ੍ਰਕਾਸ਼ ਕਰਕੇ ਅਤੇ ਵੱਖਰਾ ਵੱਖਰਾ, ਜਿਸ ਤਰ੍ਹਾਂ ਆਪ ਜੀ ਨੂੰ ਭਾਈ ਸਾਹਿਬ ਜੀ ਦੱਸਿਆ ਕਿ ਕਦੀ ਉੱਧਰ ਆਸਾ ਕੀ ਵਾਰ ਦਾ ਕੀਰਤਨ ਅਤੇ ਕਦੀ ਉੱਧਰ ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ। ਇਹ ਸਾਡੇ ਕੋਲ 10-12 ਦਿਨ ਪਹਿਲਾ ਮਸਲਾ ਆਇਆ। ਫਿਰ ਉਹਨਾਂ ਨੇ ਸਾਨੂੰ ਕਿਹਾ ਵੀ ਸਾਡੇ ਕੋਲ ਅਸੀਂ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਸਾਹਿਬ ਹੈਗੇ ਆ, ਭਾਈ ਹਰਪ੍ਰੀਤ ਸਿੰਘ ਜੀ ਸਿੰਘ ਸਾਹਿਬ ਸਾਡੇ, ਉਹਨਾਂ ਤੱਕ ਗੱਲ ਕੀਤੀ ਹੈ। ਚਲੋ ਉਹਨਾਂ ਨੇ 3 ਮੈਂਬਰੀ ਕਮੇਟੀ ਬਣਾ ਕੇ ਜਿਹੜਾ ਸੀਗਾ ਇਹਨਾਂ ਦਾ ਆਪਸ ਵਿੱਚ ਰਾਜੀਨਾਮਾ ਕਰਾਇਆ। ਹੁਣ ਉਸ ਰਾਜੀਨਾਮੇ ਦੀ ਆੜ ਦੇ ਵਿੱਚ ਇਹਨਾਂ ਨੇ ਇਸ ਗ੍ਰੰਥੀ ਨੂੰ ਜਿਹੜਾ ਸੀਗਾ ਉਹ ਵਿਚਾਰੇ ਨੂੰ, ਦੂਸਰੀ ਗੱਲ, ਜਦੋਂ ਵੀ ਅਸੀਂ ਗ੍ਰੰਥੀ ਤੇ ਸੇਵਾਦਾਰ ਨੂੰ ਕੱਢਣਾ ਨਾ, ਇੱਕ ਅਸੂਲ ਬਣਿਆ ਹੋਇਆ ਕਿ ਤੁਸੀਂ ਉਹਨੂੰ 1-2 ਮਹੀਨੇ ਪਹਿਲਾਂ ਨੋਟਿਸ ਦਿਓ ਤਾਂ ਜੋ ਉਹ ਆਪਣਾ ਕਿਤੇ ਇੰਤਜ਼ਾਮ ਕਰ ਸਕੇ। ਦੂਸਰਾ, ਜਦੋਂ ਵੀ ਅਸੀਂ ਉਹਨੂੰ ਜਵਾਬ ਦੇਣਾ ਨਾ, ਤੇ ਅਸੀਂ ਉਹਨੂੰ ਜਵਾਬ ਦਈਏ ਮਾਰਚ ਦੇ ਮਹੀਨੇ ਦੇ ਵਿੱਚ, ਕਿਉਂਕਿ ਜਦੋਂ ਸੈਸ਼ਨ ਸਾਰਾ, ਅਗਰ ਉਹਦੇ ਬੱਚੇ ਕਿਤੇ ਸਕੂਲੇ ਪੜ੍ਹਦੇ ਹੈ ਤੇ ਉਹ ਹੁਣ ਇਸ ਵੇਲੇ ਬੱਚੇ ਉਹ ਕਿੱਥੇ ਜਾਣਗੇ। ਇੱਕ ਸੋਚਣ ਵਾਲੀ ਗੱਲ ਹੈ। ਇਹ ਸਾਡਾ ਇੱਕ ਅਸੂਲ ਹੈ, ਜਾਣੀ ਕਿ ਜਦੋਂ ਵੀ ਅਸੀਂ ਹੁਣ ਦਾਸ ਸਕੂਲ ਚਲਾਉਂਦਾ ਹੈਗਾ, ਮੇਰਾ ਆਪਣਾ ਸਕੂਲ ਹੈਗਾ, ਅਤੇ ਅਸੀਂ ਵੀ ਜਦੋਂ ਕਿਸੇ ਟੀਚਰ ਨੂੰ ਜਵਾਬ ਦਿੰਦੇ ਆ ਨਾ, ਜਾਂ ਕੋਈ ਉਹਦੀ ਗਲਤੀ ਹੁੰਦੀ ਹੈ, ਅਸੀਂ ਉਹਨੂੰ 1 ਮੰਥ ਪਹਿਲਾਂ ਨੋਟਿਸ ਦੇਈਦਾ ਹੈਗਾ ਔਰ ਉਹਨੂੰ ਇਹ ਕਹੀਦਾ ਹੈਗਾ ਕਿ ਤੁਸੀਂ ਬਰਾਏ ਮਿਹਰਬਾਨੀ ਆਪਣਾ ਆਹ ਸੈਸ਼ਨ ਜਿਹੜਾ ਉਹ ਤੁਸੀਂ ਕੰਪਲੀਟ ਕਰ ਲਓ, ਅਗਲੇ ਸੈਸ਼ਨ ਤੋਂ ਤੁਸੀਂ ਜਿਹੜਾ ਹੈਗਾ ਉਹ ਕਿਸੇ ਹੋਰ ਪਾਸੇ ਦੇਖ ਲਓ। ਸੋ ਇੱਕ ਤਰੀਕਾ ਹੈਗਾ ਜੀ। ਮਤਲਬ ਤੁਹਾਡਾ ਮੁੱਖ ਇਤਰਾਜ਼ ਇਹ ਹੈ ਕਿ ਉਹਨਾਂ ਨੂੰ ਬਿਨਾਂ ਨੋਟਿਸ ਦਿੱਤੇ ਕੱਢਿਆ ਗਿਆ ਔਰ ਉਹਨਾਂ ਨੂੰ ਬੇਮੌਸਮ ਢੰਗ ਨਾਲ, ਮਤਲਬ ਮਨਮਰਜ਼ੀ ਦੇ ਢੰਗ ਨਾਲ ਹਟਾਤਾ ਗਿਆ। ਔਰ ਦੂਸਰੀ ਗੱਲ ਹਾਂ, ਦੱਸ ਰਹੇ ਭਾਈ ਸਾਹਿਬ ਕਿ 5 ਦਿਨ ਦਾ ਸ਼ਾਰਟ ਨੋਟਿਸ, ਇਹ ਥੋੜ੍ਹੀ ਕੋਈ ਗੱਲ ਹੈਗੀ ਹੈ ਵੀ ਤੁਸੀਂ ਉਹਨੂੰ ਜਾਣੀ ਕਿ ਕਰਨਾ। ਹਾਂ, ਮੈਂ ਦੂਸਰੀ ਗੱਲ ਇਹ ਕਹਿਣਾ ਚਾਹਾਂਗਾ ਕਿ ਦੇਖੋ, ਗੁਰਦੁਆਰਿਆਂ ਸਾਹਿਬ ਦੇ ਵਿੱਚ ਅਸੀਂ ਬੜਾ ਪੈਸਾ ਲਾ ਦਿੱਤਾ ਨਾ ਭਾਜੀ, ਉਹ ਪੈਸਾ ਗੁਰਦੁਆਰਿਆਂ ਸਾਹਿਬ ਦੀਆਂ ਦੀਵਾਰਾਂ 'ਤੇ ਨਹੀਂ ਲੱਗਾ, ਉਹ ਮਾਰਬਲ ਲੱਗਾ, ਉਹ ਸਾਡੀਆਂ ਆਤਮਾ ਨੂੰ ਉਹਨਾਂ ਨੇ ਢੱਕ ਦਿੱਤਾ ਅਤੇ ਅਸੀਂ ਸਾਡੀਆਂ ਆਤਮਾ, ਮਨ, ਹਿਰਦੇ ਸਾਡੇ ਨਾ, ਉਹ ਸਾਡੇ ਪੱਥਰ ਦੇ ਬਣ ਕੇ ਸਾਡੇ ਅੰਦਰ ਕਿਸੇ ਦੇ ਵਾਸਤੇ ਜਿਹੜਾ ਨਾ ਉਹ ਕੋਈ ਨਹੀਂ ਰਿਹਾ, ਆਪਣਾ ਕਹਿ ਲਓ ਦਇਆ ਨਹੀਂ ਰਹੀ। ਜਦ ਕਿ ਦਇਆ ਜਿਹੜੀ ਹੈ ਉਹ ਧਰਮ ਦਾ ਸਭ ਤੋਂ ਪਹਿਲਾ ਜਿਹੜਾ ਅਸੂਲ ਹੈਗਾ। ਅਸੀਂ ਰੋਜ਼ਾਨਾ ਪੜ੍ਹਦੇ ਵੀ ਨਾ, ਧੌਲ ਧਰਮ ਦਇਆ ਕਾ ਪੂ, ਦਇਆ ਆਏਗੀ ਤੇ ਧਰਮ ਆਏਗਾ, ਦਇਆ ਤੋਂ ਬਗੈਰ ਜਿਹੜਾ ਧਰਮ ਨਹੀਂ ਆ ਸਕਦਾ। ਸੋ ਅਸੀਂ ਵਿਖਾਵੇ ਵਾਲੇ ਪਾਸੇ ਜ਼ਿਆਦਾ ਪੈ ਗਏ ਹਾਂ। ਸੋ ਸਾਡੀ ਅੱਜ ਬੇਨਤੀ ਹੈ, ਚਲੋ ਅਸੀਂ ਅੱਜ ਬੇਨਤੀ ਹੀ ਕਰਦੇ ਹਾਂ ਪ੍ਰਬੰਧਕਾਂ ਨੂੰ, ਨਿਮਰਤਾ ਸਾਹਿਤ ਬੇਨਤੀ ਕਰਦੇ ਹਾਂ ਕਿ ਉਹ ਇੱਥੇ ਆਉਣ, ਅਸੀਂ ਉਹਨਾਂ ਦੇ ਨਾਲ ਪਿਆਰ ਦੇ ਨਾਲ ਬੈਠ ਕੇ ਗੱਲਬਾਤ ਕਰਦੇ ਹਾਂ। ਦੋਨਾਂ ਧਿਰਾਂ ਦਾ ਜੋ ਵੀ ਇਹਨਾਂ ਦੀ ਆਪਸ ਵਿੱਚ ਮਨਮੁਟਾਓ ਹੈਗਾ ਉਹਨੂੰ ਅਸੀਂ ਅੱਜ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਹਾਂਜੀ ਭੈਣ ਜੀ, ਤੁਸੀਂ ਇੱਥੇ ਮੌਜੂਦ ਸੀ ਜਦੋਂ ਸਿੰਘਾਂ ਦਾ ਨਾਲ ਕੋਈ ਹਾਂਜੀ ਤੇ ਕੀ ਹੋਇਆ ਸੀ, ਕੀ ਘਟਨਾ ਚੱਕਰ ਹੋਇਆ? ਦੇਖੋ, ਸੁਖਮਨੀ ਸਾਹਿਬ ਦਾ ਪਾਠ ਅੰਦਰ ਸੰਗਤਾਂ 6 ਮਹੀਨੇ ਤੋਂ ਕਰ ਰਹੀਆਂ ਸੀਗੀਆਂ। ਇਹਨਾਂ ਨੇ ਜਿਹਦੇ ਨਾਲ 2-3 ਜਨਾਨੀਆਂ ਆਪਣੀਆਂ ਕਮੇਟੀ ਮੈਂਬਰਾਂ ਨੇ ਬਾਹਰ ਉਹਨਾਂ ਨੇ ਪਾਠ ਸ਼ੁਰੂ ਕਰਾਇਆ। ਇਹਦੇ ਕੋਈ ਜ਼ਬਰਦਸਤੀ ਕਹਿੰਦੇ ਸੀ ਸੁਖਮਨੀ ਸਾਹਿਬ ਦਾ ਪਾਠ ਕਰ, ਠੀਕ ਹੈ, ਦਬਕੇ ਮਾਰ ਕੇ ਕਰਾ ਰਹੇ ਸੀਗੇ। ਇਹ ਨਹੀਂ ਕਰ ਰਿਹਾ ਸੀਗਾ, ਇਹਨੇ ਰੁਮਾਲਾ ਸਾਹਿਬ ਚੱਕਿਆ, ਦਾ ਮਨ ਨਹੀਂ ਮੰਨਿਆ, ਇਹਨੇ ਫੇਰ ਰੁਮਾਲਾ ਸਾਹਿਬ ਉੱਤੇ ਰੱਖ ਦਿੱਤਾ ਔਰ ਉਸ ਬਾਅਦ ਵਿੱਚ ਇਹਨੂੰ ਕਮੇਟੀ ਦਫ਼ਤਰ 'ਚ ਬੁਲਾਇਆ ਗਿਆ। ਇਹਨੂੰ ਕਹਿੰਦਾ ਤੇਰੀ ਛੁੱਟੀ। ਫਿਰ ਥੋੜ੍ਹੀ ਇਹ ਬਾਹਰ ਆਇਆ, ਇਹਨੇ ਸਾਨੂੰ ਫੋਨ ਕੀਤੇ, ਮੇਰੀ ਛੁੱਟੀ ਕਰਤੀ। ਫਿਰ ਇਹਨੂੰ ਬੁਲਾਇਆ ਦੁਬਾਰਾ ਦਫ਼ਤਰ 'ਚ, ਇਹਨੂੰ ਕਿਹਾ ਤੂੰ ਇੱਥੇ ਸਾਈਨ ਕਰ ਤੇ ਤੇਰੀ ਪਹਿਲੀ ਗਲਤੀ ਤੂੰ ਮਾफ़, ਠੀਕ ਹੈ, ਸਾਈਨ ਕਰਾ ਲੈ ਤੇ ਨਾਲੇ ਕਹਿਤਾ ਤੇਰੀ ਪਹਿਲੀ ਗਲਤੀ ਮਾफ़। ਪ੍ਰੂਫ ਆਪਣੇ ਕੋਲ ਰੱਖ ਲਿਆ। ਹੁਣ ਉਹੀ ਪ੍ਰੂਫ ਦੱਸਦੇ ਆ ਵੀ ਆਹ ਦੇਖੋ ਜੀ, ਇਹਦੇ ਕੋਈ ਅੱਗੇ ਇੱਕ ਗਲਤੀ ਮਾफ़ ਕਰਾਈ, ਮਾਫੀਨਾਮਾ ਪੁੱਛ ਲਓ। ਹੁਣ ਕੋਈ ਕਸੂਰ ਨਹੀਂ ਹੋਇਆ। ਹੁਣ ਵੀ ਇਹਨਾਂ ਨੇ ਤਾਲੇ ਲਾਤੇ, ਜਿੱਥੇ ਸੰਗਤ ਪਾਠ ਕਰਦੀ ਮਿੰਨੀ ਹਾਲ ਨੂੰ ਇਹਨਾਂ ਤਾਲੇ ਲਾਤੇ, ਸੰਗਤਾਂ ਪਾਠ ਨਾ ਕਰਨ, ਠੀਕ ਹੈ। ਉਹ ਤਾਲੇ ਜਿਹੜੇ ਆ
ਸਾਡੇ ਜਿਹੜੇ ਬਾਕੀ ਸਾਡੇ ਨਾਲ ਹੈੱਡ ਸਾਡੇ ਮੈਂਬਰ ਹੈਗੇ ਉਹਨਾਂ ਨੇ ਤਾਲੇ ਤੋੜੇ ਆ। ਅੰਦਰ ਮਿੰਨੀ ਹਾਲ ਦੇ ਸੰਗਤਾਂ ਪਾਠ ਕਰਨਗੀਆਂ, ਤੁਸੀਂ ਕਿੱਦਾਂ ਤਾਲੇ ਲਾ ਸਕਦੇ ਗੁਰਦੁਆਰੇ ਨੂੰ ਅੰਦਰੋਂ, ਠੀਕ ਹੈ ਨਾ। ਤੇ ਫਿਰ ਜਿਹੜੇ ਸੇਵਾਦਾਰ ਨੇ ਤਾਲਾ ਖੋਲ੍ਹਿਆ ਉਹਦੀ ਵੀ ਨਾਲ ਛੁੱਟੀ ਕਰਤੀ। ਇਹ ਤੇ ਸੀਗਾ ਹੀ ਨਹੀਂ, ਇਹਦੀ ਤੇ ਵੈਸੇ ਹੀ ਨਾਲ ਉੱਦਾਂ ਛੁੱਟੀ ਕਰਤੀ। ਦੋਨਾਂ ਦੇ ਵੀ ਕਦੇ ਅਸੀਂ ਉਧਰ ਕਰਦੇ ਹਾਂ, ਬੀਬੀਆਂ ਉਧਰ ਕਰਦੀਆਂ ਪਾਠ ਸੰਗਤ ਕਰਦੀਆਂ, ਤੇ ਜਿਹੜੇ ਕਮੇਟੀ ਵਾਲੇ ਮੈਂਬਰ ਦੀਆਂ ਵਾਈਫ ਹੈ ਜਾਂ ਕੋਈ ਹੋਰ ਹੈ ਉਹ ਇੱਧਰ ਉਹਨਾਂ ਨੇ ਇੱਧਰ ਕਰਨਾ ਸ਼ੁਰੂ ਪਾਠ ਕਰ ਦਿੱਤਾ। ਵੱਡੇ ਹਾਲ 'ਚ ਮਿੰਨੀ ਹਾਲ 'ਚ ਅਸੀਂ ਤਾਂ ਕੀਤਾ ਸੀ ਕਿ ਰਾਜੂ ਕਿ ਉਹ ਜਿਹੜੇ ਭਾਈ ਸਾਹਿਬ ਜੀ ਇਹ ਪ੍ਰਧਾਨ ਸੀਗੇ ਉਹਨਾਂ ਨੂੰ ਅਸਤੀਫਾ ਦਿੱਤਾ ਜਾਵੇ। ਤੁਸੀਂ ਕੀ ਮਤਲਬ ਮਹਿਸੂਸ ਕਰਦੇ ਆ ਵੀ ਸੰਗਤ ਜਿਹੜੀ ਹੈ ਸ਼ਰਧਾਲੂ ਲੋਕ ਇੱਕ ਪਾਸੇ ਹੋ ਗਏ ਤੇ ਜਿਹੜੀ ਕਮੇਟੀ ਆ ਉਹ ਇੱਕ ਪਾਸੇ ਹੋਈ ਪਈ? ਦੇ ਘਰ ਦੇ ਮੈਂਬਰ ਹਾਂਜੀ ਵੀਰ ਜੀ, ਇਹ ਜਦ ਤੱਕ ਕਮੇਟੀ ਖਾਰਜ ਨਹੀਂ ਹੋਏਗੀ ਤਦ ਤੱਕ ਸੰਗਤਾਂ ਦਾ ਕੋਈ ਇਕੱਠ ਨਹੀਂ ਹੋਏਗਾ, ਇੱਥੇ ਕੋਈ ਕੁਛ ਨਹੀਂ ਹੋਏਗਾ, ਤਦ ਤੱਕ ਕੋਈ ਭਾਈ ਸਾਹਿਬ ਨਹੀਂ ਇੱਥੇ ਟਿਕੇਗਾ। ਤੁਹਾਨੂੰ ਲੱਗਦਾ ਕਿ ਉਦੋਂ ਤੱਕ ਜਿਹੜੀ ਗੁਰਦੁਆਰਾ ਗੁਰਧਾਮ ਹੋਣ ਦੀ ਜਿਹੜੀ ਸੰਗਤਾਂ ਦਾ ਗੁਰਦੁਆਰਾ ਹੋਣ ਦੀ ਜਿਹੜੀ ਭਾਵਨਾ ਆ ਉਹ ਇਸ ਵੇਲੇ ਨਹੀਂ ਬਣ ਰਹੀ, ਕੋਈ ਭਾਵਨਾ ਨਹੀਂ ਬਣ ਰਹੀ ਇਸ ਟਾਈਮ ਸੰਗਤ। ਜੇ ਇਹਨਾਂ ਦੇ ਅੱਗੋਂ ਇਹਨਾਂ ਨੇ ਬੱਚੇ ਬੀਬੀਆਂ ਅੱਗੇ ਕੀਤੀਆਂ ਹੋਈਆਂ, ਜੇ ਕੋਈ ਪਾਠ ਕਰਦਾ ਆ ਤਾਂ ਉਹਨੂੰ ਵਿੱਚੋਂ ਟੋਕਿਆ ਜਾ ਰਿਹਾ। ਚੌਪਈ ਸਾਹਿਬ ਦੇ ਪਾਠ ਦੇ ਵਿੱਚੋਂ ਇੱਥੇ ਭੈਣ ਜੀ ਆਏ ਨਹੀਂ ਹੈਗੇ, ਉਹ ਭੈਣ ਜੀ ਇੰਨੇ ਵਧੀਆ ਪਾਠ ਕਰਦੇ ਆ, ਉਹਨਾਂ ਨੂੰ ਵਿੱਚੋਂ ਟੋਕਿਆ ਜਾ ਰਿਹਾ। ਜੇ ਕੋਈ ਬੱਚੇ ਕਰਦੇ ਆ ਉਹਨਾਂ ਨੂੰ ਵੀ ਟੋਕਿਆ ਜਾ ਰਿਹਾ ਵਿੱਚੋਂ। ਮਤਲਬ ਕਿ ਪਾਠ ਦਾ ਇੱਥੇ ਕੋਈ ਰਸ ਨਹੀਂ ਹੈਗਾ ਹੁਣ ਗੁਰਦੁਆਰਾ ਸਾਹਿਬ ਆਉਣ ਦਾ। ਪਰ 3-4 ਦਿਨ ਹੋ ਗਿਆ, ਜੇ ਆਪਾਂ ਆਪਣਾ ਪਾਠ ਗੁਟਕੇ ਸਾਹਿਬ ਲੈ ਕੇ ਕਰ ਰਹੇ ਆ ਔਰ ਇਹਨਾਂ ਦੀ ਇੱਕ ਬੇਟੀ ਆ ਲੜਕੀ ਆ ਜਿਹਨੂੰ ਅੱਗੇ ਕਰ ਰਹੇ ਆ, ਉਹ ਜਾ ਕੇ ਵੋਲੀਅਮ ਵੱਧ ਕਰ ਦਿੰਦੀ ਆ। ਉਹਨੇ ਨੁੱਕਰ ਵਾਲੇ ਜਿਹੜਾ ਪਰਲੇ ਛੋਟੇ ਮਿੰਨੀ ਹਾਲ ਦੇ ਲਾਗੇ ਕਾਰਨਰ ਦੇ ਵਿੱਚ ਆ ਸਪੀਕ ਮਾਈਕ ਇਹਨਾਂ ਉਹਦੀ ਵੀ ਆਵਾਜ਼ ਉੱਚੀ ਕਰ ਦਿੱਤੀ, ਕਿਸੇ ਨੂੰ ਪਾਠ ਨਹੀਂ ਕਰਨ ਦੇ ਰਹੇ। ਹਾਂਜੀ, ਸਾਡੇ ਨਾਲ ਨੇ ਜੀ ਗ੍ਰੰਥੀ ਸਿੰਘ ਜਗਰੂਪ ਸਿੰਘ ਜੀ, ਅਸੀਂ ਇਹਨਾਂ ਨਾਲ ਗੱਲ ਕਰਾਂਗੇ ਕਿ ਅਸਲ 'ਚ ਕੀ ਮਾਮਲਾ ਆ। ਹਾਂਜੀ ਗ੍ਰੰਥੀ ਸਿੰਘ ਜੀ, ਕਿੰਨੀ ਦੇਰ ਤੋਂ ਤੁਸੀਂ ਇੱਥੇ ਕੰਮ ਕਰਦੇ? ਮੈਨੂੰ ਤਕਰੀਬਨ 8 ਮਹੀਨੇ ਹੋ ਗਏ। ਦਸੰਬਰ 'ਚ ਮੈਂ ਆਇਆ ਸੀ ਇੱਥੇ ਜੀ। ਹਾਂਜੀ, ਡਿਊਟੀ ਕਰਦੇ। ਕੀ ਮਸਲਾ ਕੀ ਹੋਇਆ? ਅਸਲ 'ਚ ਕੀ ਮਸਲਾ ਆ? ਮਸਲਾ ਕਮੇਟੀ ਜਿਹੜੀ ਕਮੇਟੀ ਦੇ ਪ੍ਰਤੀ ਰੋਸ ਸੀ ਸੰਗਤਾਂ ਦਾ ਕਿ ਜਿਹੜੇ ਸੈਕਟਰੀ ਸਾਹਿਬ ਆ ਉਹਨਾਂ ਨੂੰ ਕਿਹਾ ਗਿਆ ਸੀ ਅਸਤੀਫਾ ਦੇ ਦਿੱਤਾ ਜਾਵੇ। ਅੱਛਾ ਜੀ। ਤੇ ਉਹਨਾਂ ਨੇ ਅਸਤੀਫਾ ਵੀ ਸੰਗਤਾਂ ਦੀ ਗੱਲ ਨਹੀਂ ਮੰਨੀ। ਸੰਗਤਾਂ ਫਿਰ ਮਿੰਨੀ ਹਾਲ ਦੇ ਵਿੱਚ ਉਹਨਾਂ ਨੇ ਪਾਠ ਸ਼ੁਰੂ ਕਰ ਦਿੱਤਾ। ਅੱਛਾ। ਤੇ ਲਾਕਡਾਊਨ ਜਦੋਂ ਦਾ ਸ਼ੁਰੂ ਹੋਇਆ ਤਕਰੀਬਨ 5 ਮਹੀਨੇ ਹੋ ਗਏ ਹੈ, ਤੇ 5 ਮਹੀਨਿਆਂ ਤੋਂ ਸੰਗਤਾਂ ਇਹ ਜਿਹੜੀਆਂ ਸਾਰੀਆਂ ਬੈਠੀਆਂ ਪਿੱਛੇ ਸੰਗਤਾਂ ਸਾਰੀਆਂ ਉਧਰ ਸੁਖਮਨੀ ਸਾਹਿਬ ਦਾ ਪਾਠ ਕਰਦੀਆਂ, ਆਪਣਾ ਨਿਤਨੇਮ ਕਰਦੀਆਂ। ਤੇ ਅੱਜ ਤੋਂ ਮਹੀਨਾ ਕੁ ਪਹਿਲਾਂ ਮਤਲਬ ਇਹਨਾਂ ਦੇ ਪਰਿਵਾਰ ਆਪਾਂ ਕਹਿ ਲਈਏ, ਚਲੋ ਮੈਂ ਤਾਂ ਸੰਗਤ ਹੀ ਆਖੂੰਗਾ ਕਿ ਸੰਗਤ ਦੇ ਰੂਪ 'ਚ ਆਉਂਦੇ, ਠੀਕ ਹੈ। ਕਮੇਟੀ ਦੇ ਜਿਹੜੇ ਸੰਗਤ ਦੇ ਰੂਪ 'ਚ ਪਰਿਵਾਰ ਜਿਹੜਾ ਆਉਂਦਾ ਏ ਉਹ ਆ ਕੇ ਆਪਣਾ ਵੱਖਰਾ ਪਾਠ ਕਰਨ ਲੱਗ ਪਿਆ। ਤੇ ਜਿੱਦਣ ਇਹਨਾਂ ਨੇ ਸ਼ੁਰੂ ਕੀਤਾ ਉਸ ਦਿਨ, ਕਿਉਂਕਿ ਇਹਨਾਂ ਸੰਗਤਾਂ ਨੂੰ ਪਤਾ ਸੀ ਕਿ ਭਾਈ ਸਾਹਿਬ ਨੇ ਆਪਣਾ ਨਿਤਨੇਮ ਜਦੋਂ ਕਰ ਲਿਆ ਉਸ ਤੋਂ ਬਾਅਦ ਅਸੀਂ ਆਪਣਾ ਸੁਖਮਨੀ ਸਾਹਿਬ ਸ਼ੁਰੂ ਕਰਨਾ ਸਪੀਕਰ ਲਾ ਕੇ, ਕਿਉਂਕਿ ਸਾਡੀ ਡਿਊਟੀ ਸੀ ਉਹਨਾਂ ਤੱਕ ਵੀ ਜਿੰਨਾ ਤੱਕ ਆ ਚੱਲ ਰਿਹਾ ਇਹ ਸੁਖਮਨੀ ਸਾਹਿਬ ਨਹੀਂ ਹੁੰਦਾ ਸੀ, ਇਹ ਸੁਖਮਨੀ ਸਾਹਿਬ ਇਹ ਕਰਦੇ ਸੀ। ਤੇ ਉਸ ਦਿਨ ਅਚਾਨਕ ਮਤਲਬ ਵੀ ਅਮਰਜੀਤ ਸਿੰਘ ਚਾਵਲਾ ਉਹਨਾਂ ਦੇ ਪਰਿਵਾਰ ਦੇ ਮੈਂਬਰ, ਉਹਨਾਂ ਦਾ ਬੇਟਾ ਆ, ਉਹਨਾਂ ਨੇ ਆਖਿਆ ਭਾਈ ਸਾਹਿਬ ਪਾਠ ਸ਼ੁਰੂ ਕਰੋ। ਤੇ ਇਹਨਾਂ ਨੇ ਸਪੀਕਰ ਲਾਇਆ ਨਹੀਂ ਸੀ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਭਾਈ ਸਾਹਿਬ ਨੇ ਆਪਣੀ ਸਮਾਪਤੀ ਕਰਤੀ, ਅਸੀਂ ਰੋਕ ਕੇ ਕਰ ਦੇਣਾ ਸ਼ੁਰੂ। ਪਰ ਉਹਨਾਂ ਨੇ ਮੇਰੇ ਕੋਲ ਪਾਠ ਸ਼ੁਰੂ ਕਰਾ ਦਿੱਤਾ, ਮੈਂ ਪਾਠ ਸ਼ੁਰੂ ਕੀਤਾ। ਬਾਅਦ ਵਿੱਚ ਇਹਨਾਂ ਨੇ ਆਪਣਾ ਨਿਤਨੇਮ ਤੇ ਇਹਨਾਂ ਨੇ ਕਰਨਾ ਸੀ ਜੋ ਇਹਨਾਂ ਦਾ ਸ਼ੁਰੂ ਤੋਂ ਚੱਲਦਾ ਆ ਰਿਹਾ ਹੈ, ਠੀਕ ਹੈ, ਸ਼ੁਰੂ ਕਰਾ ਦਿੱਤਾ। ਤੇ ਮੈਂ ਪੜ੍ਹਿਆ ਥੋੜ੍ਹਾ ਦਾ, ਫਿਰ ਮੈਂ ਬਾਅਦ ਵਿੱਚ ਵੀ ਜਦੋਂ ਦੋਵੇਂ ਸਪੀਕਰ ਚੱਲ ਪਏ ਮਿੰਨੀ ਹਾਲ ਦਾ ਤੇ ਬਾਹਰ ਦਾ, ਠੀਕ ਹੈ, ਦੋਵੇਂ ਸਪੀਕਰ ਚੱਲ ਪਏ, ਫਿਰ ਮੈਂ ਆਪਣਾ ਬੰਦ ਕਰ ਦਿੱਤਾ ਸਪੀਕਰ। ਸੰਗਤਾਂ ਥੱਲੇ ਪਾਠ ਕਰਦੀਆਂ ਰਹੀਆਂ। ਮੈਂ ਉਹਨਾਂ ਨੂੰ ਕਿਹਾ ਮੈਂ ਨਹੀਂ ਕਰ ਸਕਦਾ। ਉਹਨੇ ਮੈਨੂੰ ਜ਼ਬਰਦਸਤੀ ਉਹਨਾਂ ਨੇ ਕਿਹਾ ਕਿ ਕਿਉਂ ਨਹੀਂ ਕਰ ਸਕਦੇ। ਮੈਂ ਮਰਿਆਦਾ ਭੰਗ ਨਹੀਂ ਕਰ ਸਕਦਾ, ਕਿਉਂ ਮੈਨੂੰ ਨਹੀਂ ਚੰਗਾ ਲੱਗ ਰਿਹਾ ਕਿ ਦੋ ਪਾਠ ਚੱਲ ਰਹੇ ਆ, ਦੋ ਆਵਾਜ਼ਾਂ ਆ ਰਹੀਆਂ, ਮੈਨੂੰ ਇਹਦਾ ਕੁਝ ਸਮਝ ਨਹੀਂ ਲੱਗ ਰਹੀ। ਤੇ ਉਹਨਾਂ ਨੇ ਆਖਿਆ ਚਲੋ ਬੈਠੋ ਉੱਥੇ। ਮੈਂ ਫਿਰ ਆਪਣਾ ਵਾਸ਼ਰੂਮ ਹੋ ਕੇ ਜਾ ਕੇ ਫਿਰ ਮੈਂ ਬਹਿ ਗਿਆ ਤਾਬਿਆਂ 'ਤੇ। ਉਸ ਤੋਂ ਬਾਅਦ ਫਿਰ ਇਹਨਾਂ ਨੇ ਆਖਿਆ ਕਿ ਚਲੋ ਹੁਣ ਆਨੰਦ ਸਾਹਿਬ ਪੜ੍ਹ ਦਿਓ। ਮੈਂ ਕਿਹਾ ਜੇ ਗੁਰਬਾਣੀ ਦੀ ਬੇਅਦਬੀ ਕਰਨੀ ਸੁਖਮਨੀ ਸਾਹਿਬ ਦੀ ਫਿਰ ਮੈਂ ਕਰ ਸਕਦਾ, ਕਿਉਂਕਿ ਦੋਵੇਂ ਪਾਸੇ ਅਜੇ ਵੀ ਚੱਲ ਰਿਹਾ ਜੀ, ਜਾਂ ਤੇ ਉਧਰ ਸਮਾਪਤੀ ਹੋ ਜਾਏ ਬਾਅਦ ਵਿੱਚ ਇੱਧਰ ਮੈਂ ਕਰੂੰਗਾ। ਤੇ ਫਿਰ ਉਹਨਾਂ ਦੇ ਕਮੇਟੀ ਮੈਂਬਰਾਂ ਨੇ ਮੇਰੇ ਉੱਥੇ ਤਾਬਿਆਂ 'ਤੇ ਬੈਠਿਆਂ ਵੀਡੀਓ ਬਣਾਈ, ਸਾਰੇ ਜੋ ਵੀ ਉਹਨਾਂ ਦੇ ਨਾਲ ਕਈ ਮੁੰਡੇ ਵੀ ਹੁੰਦੇ ਆ, ਠੀਕ ਹੈ, ਵੀਡੀਓ ਬਣਾਈ, ਤੂੰ ਪਾਠ ਕਿਉਂ ਨਹੀਂ ਕਰਦਾ, ਨਹੀਂ ਕਰਨਾ ਸਾਨੂੰ ਹੁਣੇ ਦੱਸੋ, ਇੱਦਾਂ ਦੀਆਂ ਬਹੁਤ ਬੋਲੇ ਉਹ, ਠੀਕ ਹੈ। ਉਸ ਤੋਂ ਬਾਅਦ 25-30 ਮੁੰਡੇ ਆਏ ਜਿਹੜੇ ਆਪਾਂ ਕਹਿ ਲਈਏ, ਕਿਉਂਕਿ ਮੈਨੂੰ ਉਹਨਾਂ ਦਾ ਪਤਾ ਨਹੀਂ, ਠੀਕ ਹੈ। ਆ ਕੇ ਜਿਵੇਂ ਅਸੀਂ ਬੈਠੇ ਆ ਇਸ ਤਰ੍ਹਾਂ, ਤੇ ਇਹਨਾਂ ਮੈਨੂੰ ਵਿੱਚ ਬਿਠਾ ਕੇ ਉਹਨਾਂ ਨੇ ਘੇਰਾ ਪਾ ਕੇ ਕੋਈ ਕਿੱਧਰੋਂ ਬੋਲਦਾ ਹੈ, ਕੋਈ ਕਿੱਧਰੋਂ ਬੋਲਦਾ ਹੈ। ਤੇ ਅਖੀਰ ਦੇ ਵਿੱਚ ਕਈਆਂ ਨੇ ਇਹ ਵੀ ਕਿਹਾ ਚੱਲ ਆਪਣਾ ਕੰਮ ਕਰ, ਤੂੰ ਕਿੱਥੋਂ ਆਇਆ, ਇੱਦਾਂ ਦੇ ਬੋਲ ਉਹਨਾਂ ਦੇ ਬੋਲੇ। ਤੇ ਜੇਕਰ ਕਮੇਟੀ ਸਿਆਣੀ ਸੀ ਤੇ ਮੈਨੂੰ ਖੁਦ ਬਿਠਾ ਕੇ 4-5 ਬੰਦਿਆਂ 'ਚ ਗੱਲ ਕੀਤੀ ਜਾ ਸਕਦੀ ਸੀ। ਉਦੋਂ ਉਹਨਾਂ ਨੇ 25-30 ਬੰਦੇ ਬੁਲਾਏ, ਠੀਕ ਹੈ, ਇੱਕ ਹਿਸਾਬ ਦੀ ਬਦਮਾਸ਼ੀ ਕੀਤੀ ਗਈ ਮੇਰੇ ਨਾਲ। ਤੇ ਉਦੋਂ ਇਹਨਾਂ ਨੇ ਰਿਟਨ ਦੇ ਵਿੱਚ ਮੇਰੇ ਕੋਲ ਮਾਫੀ ਵੀ ਲਿਖਵਾ ਲਈ, ਠੀਕ ਹੈ, ਮਾਫੀ ਮੇਰੇ ਕੋਲ ਲਿਖਵਾ ਲਈ। ਹੁਣ ਜਦੋਂ ਵੀ ਕੋਈ ਗੱਲ ਹੁੰਦੀ ਹੈ, ਕੋਈ ਸੰਗਤ ਜਾ ਕੇ ਆਖਦੀ ਹੈ ਕਿ ਤੁਸੀਂ ਭਾਈ ਸਾਹਿਬ ਨੂੰ ਕਿਉਂ ਕੱਢ ਰਹੇ ਹੋ, ਤੇ ਉਹਨਾਂ ਕੋਲ ਹੁਣ ਕੋਈ ਮੌਕਾ ਨਹੀਂ ਹੈ। ਸਿਰਫ ਇਹੀ ਉਹ ਕਹਿੰਦੇ ਆ ਕਿ ਤੁਸੀਂ ਸੰਗਤਾਂ ਦੇ ਨਾਲ ਜ਼ਿਆਦਾ ਰਹਿੰਦੇ ਹੋ, ਸੰਗਤਾਂ ਦੇ ਨਾਲ ਤੁਹਾਨੂੰ ਆਖਿਆ ਕਿ ਨਹੀਂ ਬੈਠਣਾ ਉੱਠਣਾ,
ਤੁਸੀਂ ਕਮੇਟੀ ਦੀ ਹੀ ਸਿਰਫ ਗੱਲ ਮੰਨੋ। ਜਦੋਂ ਮੇਰੇ ਕੋਲੋਂ ਲਿਖਵਾਈ ਗਈ ਮਾਫੀ ਉਦੋਂ ਵੀ ਇਹ ਆਖਿਆ ਗਿਆ ਸੀ ਕਿ ਵਿੱਚ ਇਹ ਲਿਖ ਦੇਵੋ ਕਿ ਸਿਰਫ ਕਮੇਟੀ ਦੀ ਗੱਲ ਮੰਨੋਗੇ, ਕਿਸੇ ਸੰਗਤ ਦੇ ਬੰਦੇ ਦੀ ਗੱਲ ਨਹੀਂ ਮੰਨੋਗੇ। ਤੇ ਮੈਂ ਕਿਹਾ ਮੈਂ ਇਹ ਗੱਲ ਨਹੀਂ ਲਿਖ ਸਕਦਾ। ਤੋ ਸਾਧ ਸੰਗਤ ਜੀ, ਜਿਵੇਂ ਕਿ ਆਪ ਜੀ ਦੇਖ ਰਹੇ ਸੀਗੇ ਕਿ ਆਪਣੇ ਦੇ ਵਿਚਾਰ ਜੋ ਉੱਥੇ ਲੋਕ ਇਕੱਠੇ ਹੋਏ ਨੇ ਉਹਨਾਂ ਦੇ ਸਰਵਣ ਕਰ ਰਹੇ ਸੀ। ਤਾਂ ਇਸ ਦੌਰਾਨ ਆਪ ਜੀ ਨੂੰ ਦੱਸ ਦਈਏ ਕਿ ਲੰਬਾ ਸਮਾਂ ਕਰੀਬ 12:30 1 ਵਜੇ ਤੋਂ ਕਰੀਬ ਜੋ ਜਥੇਬੰਦੀਆਂ ਦੇ ਵੱਖ-ਵੱਖ ਨੁਮਾਇੰਦੇ ਉੱਥੇ ਪਹੁੰਚ ਚੁੱਕੇ ਸੀ। ਸੰਗਤ ਜਿਹੜੀ ਹੈ ਵੱਡੀ ਗਿਣਤੀ 'ਚ ਉੱਥੇ ਗੁਰਦੁਆਰਾ ਸਾਹਿਬ ਦੇ ਅੱਗੇ ਮੌਜੂਦ ਸੀ, ਪਰ ਉਸ ਦੇ ਬਾਵਜੂਦ ਪ੍ਰਧਾਨ ਸਾਹਿਬ ਨੂੰ ਫੋਨ ਕਰਨ ਦੇ ਬਾਵਜੂਦ, ਸਾਰੇ ਇਲਾਕੇ 'ਚ ਪਤਾ ਲੱਗਣ ਦੇ ਬਾਵਜੂਦ ਜਿਹੜੀ ਕਮੇਟੀ ਹੈ, ਕਮੇਟੀ ਵੱਲੋਂ ਕੋਈ ਵੀ ਨੁਮਾਇੰਦਾ ਉੱਥੇ ਮੌਕੇ 'ਤੇ ਨਹੀਂ ਪਹੁੰਚ ਪਾਇਆ। ਔਰ ਉਹ ਦੱਸਦੀ ਹੈ ਤੁਹਾਨੂੰ ਕਿ ਇਸ ਮੌਕੇ ਸੰਗਤ ਨੇ ਫਿਰ ਆਪਣੇ ਵੱਲੋਂ ਲਿਖ ਕੇ ਜੋ ਹੈ ਮੰਗ ਪੱਤਰ ਉਹ ਵੀ ਦਿੱਤਾ ਵੱਖ-ਵੱਖ ਜਥੇਬੰਦੀਆਂ ਨੂੰ ਕਿ ਇਸ ਮਸਲੇ ਨੂੰ ਹੱਲ ਕਰਾਇਆ ਜਾਵੇ ਕਮੇਟੀ ਦੇ ਨਾਲ। ਇਸ ਤਰੀਕੇ ਨਾਲ ਸਾਧ ਸੰਗਤ ਜੀ, ਜਦੋਂ ਇਸ ਚੀਜ਼ ਦਾ, ਇਸ ਧਰਨੇ ਦਾ, ਇਸ ਪ੍ਰਦਰਸ਼ਨ ਦਾ ਔਰ ਗੁਰਦੁਆਰਾ ਸਾਹਿਬ ਦੇ ਬਾਹਰ ਇਕੱਠੀ ਹੋਈ ਸੰਗਤ ਦੇ ਬਾਰੇ ਪ੍ਰਸ਼ਾਸਨ ਦੇ ਕੰਨ ਖੜੇ ਹੋ ਗਏ। ਕੰਨੋਂ ਕੰਨੀ ਇਹ ਖਬਰ ਜਿਹੜੀ ਆ ਸੰਬੰਧਿਤ SHO ਸਾਹਿਬ ਤੱਕ ਪਹੁੰਚੀ ਆ ਔਰ ਜਿਹੜੇ ਇੰਟੈਲੀਜੈਂਸ ਵਾਲੀ ਟੀਮ ਜਿਹੜੀ ਆ ਉਹ ਵੀ ਉੱਥੇ ਘੁੰਮਦੀ ਨਜ਼ਰ ਆਈ। ਉਹਨਾਂ ਨੇ ਵੀ ਆਪਣੇ ਤੱਥ ਇੱਥੋਂ ਮੌਕੇ ਤੋਂ ਇਕੱਠੇ ਕੀਤੇ ਔਰ ਇਹ ਗੱਲ ਜਦੋਂ ਵੱਡੇ ਅਫਸਰਾਂ ਤੱਕ ਪਹੁੰਚੀ ਤੇ ਆਹਿਸਤਾ ਜਿਹੜੇ ਵੱਡੇ ਅਫਸਰ ਹੈ ਉਹਨਾਂ ਨੇ ਵੀ ਮੌਕੇ 'ਤੇ ਆਉਣਾ ਸ਼ੁਰੂ ਕੀਤਾ। ਔਰ ਕਰੀਬ 4 ਵਜੇ ਜਿਹੜਾ ਕਿ ਕਮੇਟੀ ਵੱਲੋਂ ਮਿੱਥਿਆ ਸਮਾਂ ਸੀ, ਉਸ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਹਿਲਜੁਲ ਹੋਈ ਤੇ ਪ੍ਰਧਾਨ ਜੀ ਕਰੀਬ 4 ਵਜੇ ਪਹੁੰਚੇ ਨੇ, ਜਿਸ ਵੇਲੇ ਪੁਲਿਸ ਪਾਰਟੀ ਸਾਰੀ ਮੌਕੇ 'ਤੇ ਪਹੁੰਚ ਚੁੱਕੀ ਸੀ ਔਰ ਉਹਨਾਂ ਦੇ ਹਮਾਇਤੀ ਵੀ ਵੱਡੀ ਗਿਣਤੀ ਜਿਹੜੇ ਆ ਚੁੱਕੇ ਸੀ। ਔਰ ਉਸ ਤੋਂ ਬਾਅਦ ਉਪਰਾਲਾ ਸ਼ੁਰੂ ਕੀਤਾ ਗਿਆ ਕਿ ਤਾਲਾ ਖੁਲਵਾ ਕੇ ਜਿਹੜੀ ਸੰਗਤ ਆਈ ਹੋਈ ਹੈ ਬਾਹਰ, ਜਿਹੜੇ ਸਿੱਖ ਸੰਸਥਾਵਾਂ ਦੇ ਜਿਹੜੇ ਆਗੂ ਆਏ ਉਹਨਾਂ ਨੂੰ ਸਨਮਾਨ ਦੇ ਨਾਲ ਅੰਦਰ ਬਿਠਾਇਆ ਜਾਵੇ ਔਰ ਇਸ ਮਸਲੇ ਉੱਤੇ ਕੋਈ ਸਾਂਝਾ ਹੱਲ ਜਿਹੜਾ ਉਹ ਕੱਢਿਆ ਜਾ ਸਕੇ। ਤੋ ਹੁਣ ਤੁਹਾਨੂੰ ਅਸੀਂ ਅਗਲੇ ਭਾਗ ਦੇ ਵਿੱਚ, ਕਿਉਂਕਿ ਸਮਾਂ ਕਾਫੀ ਲੰਬਾ ਹੋ ਗਿਆ ਹੈ ਔਰ ਅਸੀਂ ਅਗਲੇ ਭਾਗ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਜਦੋਂ ਗੁਰਦੁਆਰਾ ਸਾਹਿਬ ਨੂੰ ਖੋਲ੍ਹਣ ਦੀ ਵਾਰੀ ਆਉਂਦੀ ਹੈ, ਉੱਥੇ ਤਾਲੇ ਖੁੱਲ੍ਹਦੇ ਹਨ ਤਾਂ ਉੱਥੇ ਕਿਹੋ ਜਿਹਾ ਮਾਹੌਲ ਬਣ ਜਾਂਦਾ ਹੈ, ਉੱਥੇ ਕਿਹੋ ਜਿਹਾ ਪ੍ਰਦਰਸ਼ਨ ਹੁੰਦਾ ਹੈ ਔਰ ਜਿਹੜੇ ਸਿੰਘ ਨੇ ਉਹ ਕਿਸ ਤਰ੍ਹਾਂ ਪੰਜ ਪ੍ਰਧਾਨੀ ਦੇ ਜੋ ਨਿਯਮ ਹੈ ਸਾਨੂੰ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤਾ ਉਹਦੇ ਤਹਿਤ ਕਿਸ ਤਰ੍ਹਾਂ ਉਹ ਫੈਸਲਾ ਕਰਦੇ ਨੇ। ਔਰ ਇਹ ਵੀ ਦੇਖਣਾ ਹੋਵੇਗਾ ਕਿ ਉੱਥੇ ਗੁਰੂ ਮਹਾਰਾਜ ਦਾ ਜੋ ਹੁਕਮਨਾਮਾ ਆਉਂਦਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜੋ ਹੁਕਮਨਾਮਾ ਲਿਆ ਜਾਂਦਾ ਹੈ, ਉਹ ਹੁਕਮਨਾਮਾ ਕੀ ਹੈ ਔਰ ਇਹ ਸਾਡੇ ਲਈ ਸਾਰਿਆਂ ਲਈ ਦੇਖਣਾ ਜਿਹੜਾ ਉਹ ਬਹੁਤ ਜ਼ਰੂਰੀ ਹੋਵੇਗਾ। ਔਰ ਸਾਨੂੰ ਗੁਰੂ ਮਹਾਰਾਜ ਕੋਲੋਂ ਉਸ ਹੁਕਮਨਾਮੇ ਦੇ ਵਿੱਚੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਤੋਂ ਸਾਡੇ ਨਾਲ ਜੁੜੇ ਰਹੋ ਕੇਸਰੀ ਵਿਰਾਸਤ ਵਿੱਚ। ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਰ ਲਓ ਤੇ ਮਿਲਦੇ ਹਾਂ ਅਗਲੀ ਕੜੀ ਵਿੱਚ ਵੱਡੇ ਖੁਲਾਸੇ ਲੈ ਕੇ। ਕੈਮਰਾਮੈਨ ਹਰਦੀਪ ਸਿੰਘ ਦੇ ਨਾਲ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਸੰਧੂ। बोले सोनिहार।